ਵਿਰਸਾ ਸਿੰਘ ਵਲਟੋਹਾ ਵਾਲਾ ਸਾਰਾ ਐਪੀਸੋਡ ਹੋਂਦ ਵਿੱਚ ਆਇਆ। ਇਸ ਐਪੀਸੋਡ ਦੇ ਵੱਖੋ-ਵੱਖ ਪਾਰਟਸ ਇਖਤਿਆਰ ਕਰ ਲਏ ਗਏ। ਪਹਿਲਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਤੱਕ ਪਹੁੰਚ, ਉਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਟਸਲ। ਹਰ ਕਿਸੇ ਨੇ ਦੇਖਿਆ ਕਿਵੇਂ ਇਹ ਸਾਰਾ ਕੁਝ ਵਾਪਰਿਆ ਔਰ ਕਿਵੇਂ ਇਹ ਉੱਭਰਦਾ ਗਿਆ। ਪਰ ਇਹਦਾ ਅਸਲ ਕਾਰਨ ਕੀ ਸੀ? ਇਹ ਵਾਪਰਿਆ ਕਿਉਂ ਹੈ? ਇਹਦੇ ਵਿੱਚ ਇਹ ਹਾਲਾਤ ਬਣੇ ਕਿਉਂ? ਵਿਰਸਾ ਸਿੰਘ ਵਲਟੋਹਾ ਨੇ ਉਹ ਸਟੇਟਮੈਂਟ ਹੀ ਕਿਉਂ ਦਿੱਤੀ? ਪਹਿਲੇ ਦਿਨ ਜਿਹੜੀ ਸਟੇਟਮੈਂਟ ਦਿੱਤੀ ਸੀ, ਉਹ ਇਹ ਸਾਰਾ ਮਾਮਲਾ ਸ਼ੁਰੂ ਕਿੱਥੋਂ ਹੋਇਆ? ਸਵਾਲ ਇਹ ਖੜਦਾ। ਹਾਲਾਂਕਿ ਵਿਰਸਾ ਸਿੰਘ ਵਲਟੋਹਾ ਤਾਂ ਬੜੇ ਸਿੱਧੇ ਤੌਰ ਦੇ ਉੱਤੇ ਗੱਲ ਕਹਿ ਦਿੰਦੇ ਨੇ ਕਿ ਮੈਂ ਪੰਥ ਦਾ ਹਿਤੈਸ਼ੀ ਆ, ਇਸ ਵਾਸਤੇ ਇਹ ਚਾਹੁੰਦਾ ਆ ਕਿ ਪੰਥ ਦੇ ਉੱਤੇ ਸਵਾਲ ਨਾ ਖੜੇ ਹੋਣ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸਵਾਲ ਨਾ ਖੜੇ ਹੋਣ, SGPC ਦੇ ਪ੍ਰਧਾਨ ਉੱਤੇ ਸਵਾਲ ਨਾ ਖੜੇ ਹੋਣ। ਇਸ ਵਾਸਤੇ ਇਹ ਅਪੀਲ ਕੀਤੀ ਉਹਨਾਂ ਨੇ ਕਿ ਜਲਦ ਤੋਂ ਜਲਦ ਇਸ ਮਾਮਲੇ ਉੱਤੇ ਕਾਰਵਾਈ ਕਰ ਦਿੱਤੀ ਜਾਵੇ, ਉਹਨਾਂ ਦਾ ਕਹਿਣਾ ਸੀ। ਪਰ ਅਸਲ ਕਾਰਨ ਕੀ ਸੀ? ਜਦੋਂ ਸੀਨੀਅਰ ਪੱਤਰਕਾਰ ਇਹਨਾਂ ਮਸਲਿਆਂ ਦੇ ਉੱਤੇ ਵਿਚਾਰ ਕਰ ਰਹੇ ਨੇ, ਜਦੋਂ ਇਹਨਾਂ ਮਸਲਿਆਂ ਦੇ ਉੱਤੇ ਬੁੱਧੀਜੀਵੀ ਚਿੰਤਕ ਵਿਚਾਰ ਕਰ ਰਹੇ ਨੇ, ਤਾਂ ਕੁਝ ਗੱਲਾਂ, ਕੁਝ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ। ਅਚਾਨਕ ਇਸ ਅਪੀਲ ਦੇ ਵਿੱਚੋਂ ਕੀ ਕੁਝ ਲੱਭਿਆ ਜਾ ਰਿਹਾ ਹੈ? ਇਸ ਅਪੀਲ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ? ਜਿਹੜਾ ਵਿਵਾਦ, ਜਿਹੜੀ ਟਸਲ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵਾਪਰੀ ਹੈ ਵਿਰਸਾ ਸਿੰਘ ਵਲਟੋਹਾ ਦੀ, ਉਸ ਟਸਲ ਦੇ ਵਿੱਚੋਂ ਕੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦਰਅਸਲ ਇਹ ਗੱਲ ਸਾਫ਼ ਸਪਸ਼ਟ ਤੌਰ ਦੇ ਉੱਤੇ ਸੀਨੀਅਰ ਪੱਤਰਕਾਰ ਚਿੰਤਕ ਕਰਦੇ ਨਜ਼ਰ ਆ ਰਹੇ ਆ, ਸੁਣਾਈ ਦੇ ਰਹੇ ਆ ਕਿ ਦਰਅਸਲ ਜਿਹੜਾ ਇਹ ਵਿਵਾਦ ਖੜਾ ਹੋਇਆ ਵਿਰਸਾ ਸਿੰਘ ਵਲਟੋਹਾ ਵਾਲਾ, ਉਹ ਭਾਵੇਂ ਜਿੰਨਾ ਮਰਜ਼ੀ ਲੰਮਾ ਚੱਲਿਆ ਹੋਵੇ, ਪਰ ਉਸ ਵਿੱਚੋਂ ਸੁਖਬੀਰ ਸਿੰਘ ਬਾਦਲ ਦੀ ਮੁਆਫੀ ਜਿਹੜੀ ਹੈ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੈਰਾਨੀ ਹੁੰਦੀ ਹੈ ਸੁਣ ਕੇ, ਪਰ ਬੇਸ਼ੱਕ ਇਹਦੇ ਉੱਤੇ ਚਰਚਾਵਾਂ ਚੱਲ ਰਹੀਆਂ ਨੇ। ਹੁਣ ਮਸਲਾ ਇਹ ਹੈ ਕਿ ਇਸ ਗੱਲ ਦੇ ਵਿੱਚ ਸੱਚਾਈ ਕਿੰਨੀ ਹੈ। ਹੁਣ ਇੱਕ ਪਾਸੇ ਤਾਂ ਵਿਰਸਾ ਸਿੰਘ ਵਲਟੋਹਾ ਇਹ ਦਾਅਵਾ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਜੇ ਮਸਲਾ ਚੱਕਿਆ ਗਿਆ ਹੈ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਇੱਜ਼ਤ ਹੈ, ਜਿਹੜਾ ਰਸੂਖ ਹੈ, ਉਹਨੂੰ ਬਰਕਰਾਰ ਰੱਖਣ ਲਈ ਚੱਕਿਆ ਗਿਆ। ਉਹਨਾਂ ਨੇ ਕਿਹਾ ਕਿ ਜੇ ਇਹ ਮਾਮਲਾ ਉਹਨਾਂ ਨੇ ਚੱਕਿਆ ਤੇ SGPC ਪ੍ਰਧਾਨ ਅਕਾਲੀ ਦਲ ਦੇ ਇਤਿਹਾਸ ਨੂੰ ਬਰਕਰਾਰ ਰੱਖਣ ਲਈ ਕੀਤਾ ਔਰ ਉਹਨਾਂ ਦੇ ਉੱਤੇ ਸਵਾਲ ਨਾ ਖੜੇ ਹੋਣ, ਇਸ ਕਰਕੇ ਕੀਤਾ। ਪਰ ਸਵਾਲ ਇਹ ਹੈ ਕਿ ਸਿਰਫ ਇਹੀ ਕਾਰਨ ਨੇ ਜਾਂ ਇਹਦੇ ਪਿੱਛੇ ਕੋਈ ਹੋਰ ਵੱਡਾ ਕਾਰਨ, ਲੁਕਮਾ ਕਾਰਨ ਲੁਕਿਆ ਹੋਇਆ? ਇਹਦੇ ਬਾਰੇ ਚਿੰਤਕ ਜਦੋਂ ਗੱਲ ਕਰਦੇ ਆ, ਚਰਚਾਵਾਂ ਕਰਦੇ ਆ, ਤੇ ਇੱਥੋਂ ਤੱਕ ਮਸਲੇ ਸਾਹਮਣੇ ਆ ਰਹੇ ਆ ਕਿ ਦਰਅਸਲ ਇਹਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਦੀ ਮੁਆਫੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਵਾਦ ਦੇ ਵਿੱਚੋਂ ਮੁਆਫੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮਸਲੇ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ, ਇਹ ਚਰਚਾਵਾਂ ਨਿਕਲਦੇ ਸਾਹਮਣੇ ਆ ਰਹੀਆਂ, ਇੱਕ ਨੈਰੇਟਿਵ ਬਣਦਾ ਨਜ਼ਰ ਆਉਣ ਲੱਗਿਆ। ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿੱਥੇ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਨੇ, ਉਹਨਾਂ ਨੂੰ ਤਨਖਾਹ ਲੱਗਣ ਦੀ ਉਡੀਕ ਕੀਤੀ ਜਾ ਰਹੀ ਹੈ, ਉੱਥੇ ਹੀ ਜਥੇਦਾਰ ਸਾਹਿਬਾਨ ਔਰ ਪ੍ਰਧਾਨ ਜਿਹੜੇ ਸੰਸਥਾਵਾਂ ਦੇ ਨੇ, ਉਹ ਇਹ ਸਮਝ ਚੁੱਕੇ ਨੇ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਥੋੜੀ ਸਜ਼ਾ ਦਿੱਤੀ ਗਈ ਤਾਂ ਸ਼ਾਇਦ ਲੋਕ ਮੁਆਫ ਨਹੀਂ ਕਰਨਗੇ। ਇਸ ਵਾਸਤੇ ਸੋਚਿਆ ਜਾ ਰਿਹਾ, ਸੂਤਰਾਂ ਮੁਤਾਬਕ ਇਹ ਗੱਲਾਂ ਸਾਹਮਣੇ ਆ ਰਹੀਆਂ ਕਿ ਸ਼ਾਇਦ ਇੱਕ ਤਾਂ ਡਿਲੇ ਹੋ ਰਿਹਾ ਤੇ ਦੂਜਾ ਇਹ ਵਿਵਾਦ ਜਿਹੜਾ ਉਹ ਇਸ ਹੱਦ ਤੱਕ ਵਾਪਰ ਗਿਆ ਔਰ ਇਸ ਹੱਦ ਤੱਕ ਵੱਧ ਗਿਆ ਕਿ ਜਥੇਦਾਰ ਸਾਹਿਬਾਨ ਔਰ ਵਿਰਸਾ ਸਿੰਘ ਵਲਟੋਹਾ ਦੇ ਵਿੱਚ ਹੀ ਵਿਵਾਦ ਸ਼ੁਰੂ ਹੋ ਗਿਆ। ਖੈਰ, ਜੋ ਨੈਰੇਟਿਵ ਨਿਕਲ ਕੇ ਸਾਹਮਣੇ ਆ ਰਿਹਾ ਉਸ ਮੁਤਾਬਕ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਮੂਲ ਮੋਟਿਵ ਜਿਹੜੇ ਨੇ ਇਸ ਮਾਮਲੇ ਪਿੱਛੇ ਨਜ਼ਰ ਆ ਰਹੇ ਆ। ਉਸ ਨੈਰੇਟਿਵ ਦੇ ਵਿੱਚ ਇਹ ਕਿਹਾ ਜਾ ਰਿਹਾ। ਦਰਅਸਲ ਵਿਰਸਾ ਸਿੰਘ ਵਲਟੋਹਾ ਜੋ ਗੱਲ ਕਰਦੇ ਨੇ, ਜਿਸ ਆਧਾਰ ਦੇ ਉੱਤੇ ਗੱਲ ਕਰਦੇ ਨੇ, ਸੁਖਬੀਰ ਸਿੰਘ ਬਾਦਲ ਦੀ ਤਨਖਾਹ ਲੱਗਣ ਬਾਰੇ ਜਿੰਨੀ ਕਾਹਲ ਕਰਦੇ ਨੇ, ਉਸ ਦੇ ਵਿੱਚ ਇਹ ਸਪਸ਼ਟ ਕੀਤਾ ਜਾ ਰਿਹਾ, ਇਹ ਵਾਚਿਆ ਜਾ ਰਿਹਾ ਜਾਂ ਕਹਿ ਦਈਏ ਕਿ ਚਿੰਤਕਾਂ ਵੱਲੋਂ ਸਾਹਮਣੇ ਰੱਖਿਆ ਜਾ ਰਿਹਾ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਉਡੀਕ ਹੈ ਉਹ ਨਹੀਂ ਹੋ ਰਹੀ, ਜਾਂ ਫਿਰ ਜਿਹੜਾ ਸਮਾਂ ਲਗਾਇਆ ਜਾ ਰਿਹਾ ਤਨਖਾਹ ਲਾਉਣ ਜਾਂ ਸਜ਼ਾ ਸੁਣਾਉਣ ਜਾਂ ਸੇਵਾ ਸੁਣਾਉਣ ਦੇ ਵਿੱਚ, ਉਹ ਸਜ਼ਾ ਸ਼ਾਇਦ ਪੂਰਾ ਨਹੀਂ ਕੀਤਾ ਜਾ ਰਿਹਾ। ਹੁਣ ਸਿਆਸੀ ਤੌਰ ਉੱਤੇ ਵੀ ਦੇਖੀਏ ਤਾਂ ਸਿਆਸੀ ਤੌਰ ਉੱਤੇ ਵੀ ਰੁਝੇਵੇਂ ਹੁੰਦੇ ਆ। ਆਉਂਦੇ ਸਮੇਂ ਨੂੰ ਇਲੈਕਸ਼ਨਸ ਨਜ਼ਦੀਕ ਨੇ, ਜ਼ਿਮਨੀ ਚੋਣਾਂ ਨਜ਼ਦੀਕ ਨੇ, ਔਰ ਉਹਨਾਂ ਜ਼ਿਮਨੀ ਚੋਣਾਂ ਵਿੱਚ ਵੀ ਸੁਖਬੀਰ ਸਿੰਘ ਬਾਦਲ ਬਤੌਰ ਸਿਆਸਤਦਾਨ ਵਿਚਰਨਾ ਚਾਹੁੰਦੇ ਹੋ ਸਕਦੇ ਨੇ, ਜਿਵੇਂ ਦੇ ਸੂਤਰ ਦੱਸਦੇ ਨੇ, ਚਰਚਾਵਾਂ ਚੱਲ ਰਹੀਆਂ, ਮਾਹੌਲ ਵੀ ਉਵੇਂ ਦਾ ਬਣਦਾ ਪਿਆ। ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਨੇ, ਔਰ ਜਦ ਤੱਕ ਤਨਖਾਹੀਆ ਕਰਾਰ ਨੇ ਤਾਂ ਕੁਝ ਸਰਟਨ ਰੂਲਸ ਐਂਡ ਰੈਗੂਲੇਸ਼ਨਸ ਉਹਨਾਂ ਦੇ ਉੱਤੇ ਇੰਪਲੀਮੈਂਟ ਹੁੰਦੇ ਨੇ, ਜਿਸ ਆਧਾਰ ਦੇ ਉੱਤੇ ਉਹਨਾਂ ਨੂੰ ਉਹਨਾਂ ਦੇ ਆਧਾਰ ਦੇ ਨਾਲ, ਉਹਨਾਂ ਦੇ ਹਿਸਾਬ ਦੇ ਨਾਲ ਰਹਿਣਾ ਵੀ ਪੈਂਦਾ। ਹੁਣ ਹੋ ਸਕਦਾ ਹੈ ਕਿ ਸ਼ਾਇਦ ਇਹੀ ਕਾਰਨ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਉਡੀਕ ਨਾ ਹੋ ਰਹੀ ਹੋਵੇ, ਜਾਂ ਫਿਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚੋਂ ਆਪ ਵੀ ਨਿਕਲਣਾ ਚਾਹੁੰਦੇ ਹੋਣ। ਹਾਲਾਂਕਿ ਇਸ ਬਾਰੇ ਕੋਈ ਪੁਖਤਾ ਪ੍ਰਮਾਣ ਨਹੀਂ ਹੈ, ਇਹ ਕਿਆਸ ਰਾਈਆਂ ਦਾ ਵਿਸ਼ਾ ਆ, ਕਿਆਸ ਰਾਈਆਂ ਜਿਹੜੀਆਂ ਚੱਲਦੀਆਂ ਪਈਆਂ, ਜਿਨ੍ਹਾਂ ਵਿੱਚ ਇਹ ਨੈਰੇਟਿਵ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ। ਔਰ ਇਸੇ ਨੈਰੇਟਿਵ ਦੇ ਵਿੱਚ ਕਿਹਾ ਗਿਆ ਕਿ ਹੋ ਸਕਦਾ ਹੈ ਕਿ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇਸੇ ਆਧਾਰ ਦੇ ਉੱਤੇ ਟਿੱਪਣੀਆਂ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਹੋਣ। ਦੂਜੀ ਗੱਲ ਇਹ ਵੀ ਕਿਤੇ ਨਾ ਕਿਤੇ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਵਿਰਸਾ ਸਿੰਘ ਵਲਟੋਹਾ ਦੇ ਨਾਲ ਅਕਾਲੀ IT ਸੈੱਲ ਜਿਹੜਾ ਆ
ਉਹ ਭਰਪੂਰ ਖੜਾ ਹੈ। ਅਕਾਲੀ ਦਲ ਦਾ ਆਈਟੀ ਸੈੱਲ ਜਿਹੜਾ ਉਹ ਪੂਰਾ ਖੜਾ ਨਜ਼ਰ ਆ ਰਿਹਾ। ਵਿਰਸਾ ਸਿੰਘ ਵਲਟੋਹਾ ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਦੱਸੇ ਜਾਂਦੇ ਨੇ ਜਿਹੜੇ ਲੀਡਰ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਲੀਡਰਾਂ ਦੇ ਵਿੱਚ ਸੀਗੇ, ਜਾਂ ਕਹਿ ਦਈਏ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰ ਸੀ, ਜਿਹੜੇ ਸੁਖਬੀਰ ਸਿੰਘ ਬਾਦਲ ਦੇ ਆਸ-ਪਾਸ ਦੇ, ਜਾਂ ਕਹਿ ਦਈਏ ਉਹ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਲੌਬੀ ਸੀ ਉਹਦੇ ਵਿਚਲੇ ਜਿਹੜੇ ਖਾਸ ਲੀਡਰ ਸੀ, ਉਹਨਾਂ ਦੇ ਵਿੱਚੋਂ ਦੱਸੇ ਜਾਂਦੇ ਰਹੇ ਨੇ। ਔਰ ਉਸੇ ਵੇਲੇ ਜਦੋਂ ਵਿਰਸਾ ਸਿੰਘ ਵਲਟੋਹਾ ਇਹ ਸਵਾਲ ਚੁੱਕਦੇ ਨੇ, ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਾਉਣ ਦੀ ਗੱਲ ਕਰਦੇ ਨੇ, ਉਦੋਂ ਸਵਾਲ ਤਾਂ ਖੜਨੇ ਲਾਜ਼ਮੀ ਸੀ। ਖੈਰ, ਜਦੋਂ ਆਈਟੀ ਸੈੱਲ ਦੀ ਗੱਲ ਆਉਂਦੀ ਹੈ, ਵਿਰਸਾ ਸਿੰਘ ਵਲਟੋਹਾ ਦੇ ਨਾਲ ਖੜਨ ਦੀ ਗੱਲ ਆਉਂਦੀ ਹੈ, ਤਾਂ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਵਿਰਸਾ ਸਿੰਘ ਵਲਟੋਹਾ ਦੇ ਹੱਕ ਦੇ ਵਿੱਚ ਪੋਸਟਸ ਜਿਹੜੀਆਂ ਨੇ ਉਹ ਵੱਖ-ਵੱਖ ਤਰੀਕੇ ਦੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਔਰ ਇਸ ਦਾ ਇਲਜ਼ਾਮ ਅਕਾਲੀ ਦਲ ਦੇ ਆਈਟੀ ਸੈੱਲ ਦੇ ਉੱਤੇ ਚਿੰਤਕ ਜਿਹੜਾ ਉਹ ਮੜਦੇ ਨਜ਼ਰ ਆ ਰਹੇ ਹੈ। ਇਸ ਦੇ ਨਾਲ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਉੱਤੇ ਵੀ ਸਵਾਲ ਨੇ। ਹੁਣ ਜਦੋਂ ਗੱਲਾਂ ਹੁੰਦੀਆਂ, ਜਦੋਂ ਨੈਰੇਟਿਵ ਉੱਭਰ ਕੇ ਸਾਹਮਣੇ ਆਉਂਦਾ, ਉਸ ਦੇ ਵਿੱਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜਾ ਹੋਇਆ। ਦਰਅਸਲ ਵਿਰਸਾ ਸਿੰਘ ਵਲਟੋਹਾ ਨੂੰ ਲੈ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਦੋਂ ਹੁਕਮ ਜਾਰੀ ਕੀਤਾ ਤਾਂ ਉਦੋਂ ਇਹ ਕਿਹਾ ਗਿਆ ਕਿ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਪਰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਚੋਂ ਬਾਹਰ ਨਹੀਂ ਕੱਢਿਆ ਗਿਆ, ਸਗੋਂ ਵਿਰਸਾ ਸਿੰਘ ਵਲਟੋਹਾ ਨੇ ਆਪਣਾ ਅਸਤੀਫਾ ਦੇ ਦਿੱਤਾ ਔਰ ਉਹ ਅਸਤੀਫਾ ਜਿਹੜਾ ਉਹ ਮਨਜ਼ੂਰ ਕਰ ਲਿਆ ਗਿਆ। ਮੁੱਢਲੀ ਮੈਂਬਰਸ਼ਿਪ ਤੋਂ ਸਾਰਾ ਅਸਤੀਫਾ ਵਿਰਸਾ ਸਿੰਘ ਵਲਟੋਹਾ ਦੇ ਕੇ ਤੇ ਲਾਂਭੇ ਹੋ ਗਏ। ਪਰ ਸਵਾਲ ਇਹ ਹੈ ਕਿ ਜਦੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਹ ਹੁਕਮ ਕਰ ਦਿੱਤਾ ਕਿ ਬਾਹਰ ਕੱਢਿਆ ਜਾਵੇ 10 ਸਾਲ ਵਾਸਤੇ, ਤਾਂ ਉਸ ਤੋਂ ਬਾਅਦ ਅਸਤੀਫਾ ਕਿਉਂ ਐਕਸੈਪਟ ਕੀਤਾ ਗਿਆ? ਇਹ ਤਾਂ ਐ ਹੋ ਗਿਆ ਕਿ ਜਥੇਦਾਰ ਦੇ ਹੁਕਮ ਦੀ ਅਦੂਲੀ ਹੋ ਗਈ। ਭਾਵੇਂ ਉਹ ਕਾਰਜਕਾਰੀ ਪ੍ਰਧਾਨ ਹੋਣ ਅਕਾਲੀ ਦਲ ਦੇ, ਉਹਨਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁਕਮ ਦੀ ਕੀ ਅਦੂਲੀ ਕਰ ਦਿੱਤੀ? ਫਿਰ ਹੁਕਮ ਦੇ ਖਿਲਾਫ ਗੱਲ ਕਰ ਦਿੱਤੀ। ਜਿੱਥੇ ਕੱਢਣ ਦੀ ਗੱਲ ਹੋਈ ਸੀ, ਕੱਢਣਾ ਔਰ ਅਸਤੀਫਾ ਸਵੀਕਾਰ ਕਰਨਾ, ਇਹ ਦੋ ਵੱਖਰੀਆਂ ਚੀਜ਼ਾਂ ਨੇ। ਇੱਕ ਹੁੰਦਾ ਹੈ ਕਿ ਕੋਈ ਵਿਅਕਤੀ ਆਪਣੀ ਇੱਛਾ ਦੇ ਆਧਾਰ ਦੇ ਉੱਤੇ ਅਸਤੀਫਾ ਦੇ ਰਿਹਾ, ਪਾਰਟੀ ਛੱਡ ਰਿਹਾ ਜਾਂ ਕੋਈ ਅਦਾਰਾ ਛੱਡ ਰਿਹਾ। ਦੂਜਾ ਹੁੰਦਾ ਹੈ ਉਸ ਵਿਅਕਤੀ ਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹੁਕਮ ਜਾਰੀ ਕੀਤਾ ਕਿ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲਾਂ ਵਾਸਤੇ ਪਾਰਟੀ ਤੋਂ ਲਾਂਭੇ ਕਰ ਦਿੱਤਾ ਜਾਵੇ, ਯਾਨੀ ਕੱਢ ਦਿੱਤਾ ਜਾਵੇ। ਪਰ ਦੂਜੇ ਪਾਸੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਅਸਤੀਫਾ ਐਕਸੈਪਟ ਕਰ ਲਿਆ, ਜਿੱਥੋਂ ਆ ਕੇ ਇਹ ਸਵਾਲ ਖੜਦੇ ਪਏ ਆ ਕਿ ਕੀ ਵਿਰਸਾ ਸਿੰਘ ਵਲਟੋਹਾ ਜਾਂ ਬਾਕੀ ਦੀ ਜਿਹੜੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ, ਉਹ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਦਿੱਤੇ ਹੁਕਮ ਨੂੰ ਕੁਝ ਨਹੀਂ ਜਾਣਦੀ। ਖੈਰ, ਇਸ ਮਸਲੇ ਨੂੰ ਆਧਾਰ ਬਣਾ ਕੇ ਇੱਕ ਨੈਰੇਟਿਵ ਤਾਂ ਜ਼ਰੂਰ ਉੱਭਰ ਕੇ ਸਾਹਮਣੇ ਆ ਰਿਹਾ। ਇਸ ਨੈਰੇਟਿਵ ਦੀ ਸੱਚਾਈ ਕਿੰਨੀ ਹੈ ਉਹ ਵੇਖਣਾ ਹੋਵੇਗਾ। ਜੋ ਵੀ ਹੋਏਗਾ ਦੱਸਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ। ਵਿਰਸਾ ਸਿੰਘ ਵਲਟੋਹਾ ਵਾਲਾ ਸਾਰਾ ਐਪੀਸੋਡ ਹੋਂਦ ਵਿੱਚ ਆਇਆ। ਇਸ ਐਪੀਸੋਡ ਦੇ ਵੱਖੋ-ਵੱਖ ਪਾਰਟਸ ਇਖਤਿਆਰ ਕਰ ਲਏ ਗਏ। ਪਹਿਲਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਤੱਕ ਪਹੁੰਚ, ਉਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਟਸਲ। ਹਰ ਕਿਸੇ ਨੇ ਦੇਖਿਆ ਕਿਵੇਂ ਇਹ ਸਾਰਾ ਕੁਝ ਵਾਪਰਿਆ ਔਰ ਕਿਵੇਂ ਇਹ ਉੱਭਰਦਾ ਗਿਆ। ਪਰ ਇਹਦਾ ਅਸਲ ਕਾਰਨ ਕੀ ਸੀ? ਇਹ ਵਾਪਰਿਆ ਕਿਉਂ ਹੈ? ਇਹਦੇ ਵਿੱਚ ਇਹ ਹਾਲਾਤ ਬਣੇ ਕਿਉਂ? ਵਿਰਸਾ ਸਿੰਘ ਵਲਟੋਹਾ ਨੇ ਉਹ ਸਟੇਟਮੈਂਟ ਹੀ ਕਿਉਂ ਦਿੱਤੀ? ਪਹਿਲੇ ਦਿਨ ਜਿਹੜੀ ਸਟੇਟਮੈਂਟ ਦਿੱਤੀ ਸੀ, ਉਹ ਇਹ ਸਾਰਾ ਮਾਮਲਾ ਸ਼ੁਰੂ ਕਿੱਥੋਂ ਹੋਇਆ? ਸਵਾਲ ਇਹ ਖੜਦਾ। ਹਾਲਾਂਕਿ ਵਿਰਸਾ ਸਿੰਘ ਵਲਟੋਹਾ ਤਾਂ ਬੜੇ ਸਿੱਧੇ ਤੌਰ ਦੇ ਉੱਤੇ ਗੱਲ ਕਹਿ ਦਿੰਦੇ ਨੇ ਕਿ ਮੈਂ ਪੰਥ ਦਾ ਹਿਤੈਸ਼ੀ ਆ, ਇਸ ਵਾਸਤੇ ਇਹ ਚਾਹੁੰਦਾ ਆ ਕਿ ਪੰਥ ਦੇ ਉੱਤੇ ਸਵਾਲ ਨਾ ਖੜੇ ਹੋਣ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸਵਾਲ ਨਾ ਖੜੇ ਹੋਣ, SGPC ਦੇ ਪ੍ਰਧਾਨ ਉੱਤੇ ਸਵਾਲ ਨਾ ਖੜੇ ਹੋਣ। ਇਸ ਵਾਸਤੇ ਇਹ ਅਪੀਲ ਕੀਤੀ ਉਹਨਾਂ ਨੇ ਕਿ ਜਲਦ ਤੋਂ ਜਲਦ ਇਸ ਮਾਮਲੇ ਉੱਤੇ ਕਾਰਵਾਈ ਕਰ ਦਿੱਤੀ ਜਾਵੇ, ਉਹਨਾਂ ਦਾ ਕਹਿਣਾ ਸੀ। ਪਰ ਅਸਲ ਕਾਰਨ ਕੀ ਸੀ? ਜਦੋਂ ਸੀਨੀਅਰ ਪੱਤਰਕਾਰ ਇਹਨਾਂ ਮਸਲਿਆਂ ਦੇ ਉੱਤੇ ਵਿਚਾਰ ਕਰ ਰਹੇ ਨੇ, ਜਦੋਂ ਇਹਨਾਂ ਮਸਲਿਆਂ ਦੇ ਉੱਤੇ ਬੁੱਧੀਜੀਵੀ ਚਿੰਤਕ ਵਿਚਾਰ ਕਰ ਰਹੇ ਨੇ, ਤਾਂ ਕੁਝ ਗੱਲਾਂ, ਕੁਝ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ। ਅਚਾਨਕ ਇਸ ਅਪੀਲ ਦੇ ਵਿੱਚੋਂ ਕੀ ਕੁਝ ਲੱਭਿਆ ਜਾ ਰਿਹਾ ਹੈ? ਇਸ ਅਪੀਲ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ? ਜਿਹੜਾ ਵਿਵਾਦ, ਜਿਹੜੀ ਟਸਲ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵਾਪਰੀ ਹੈ ਵਿਰਸਾ ਸਿੰਘ ਵਲਟੋਹਾ ਦੀ, ਉਸ ਟਸਲ ਦੇ ਵਿੱਚੋਂ ਕੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦਰਅਸਲ ਇਹ ਗੱਲ ਸਾਫ਼ ਸਪਸ਼ਟ ਤੌਰ ਦੇ ਉੱਤੇ ਸੀਨੀਅਰ ਪੱਤਰਕਾਰ ਚਿੰਤਕ ਕਰਦੇ ਨਜ਼ਰ ਆ ਰਹੇ ਆ, ਸੁਣਾਈ ਦੇ ਰਹੇ ਆ ਕਿ ਦਰਅਸਲ ਜਿਹੜਾ ਇਹ ਵਿਵਾਦ ਖੜਾ ਹੋਇਆ ਵਿਰਸਾ ਸਿੰਘ ਵਲਟੋਹਾ ਵਾਲਾ, ਉਹ ਭਾਵੇਂ ਜਿੰਨਾ ਮਰਜ਼ੀ ਲੰਮਾ ਚੱਲਿਆ ਹੋਵੇ, ਪਰ ਉਸ ਵਿੱਚੋਂ ਸੁਖਬੀਰ ਸਿੰਘ ਬਾਦਲ ਦੀ ਮੁਆਫੀ ਜਿਹੜੀ ਹੈ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੈਰਾਨੀ ਹੁੰਦੀ ਹੈ ਸੁਣ ਕੇ, ਪਰ ਬੇਸ਼ੱਕ ਇਹਦੇ ਉੱਤੇ ਚਰਚਾਵਾਂ ਚੱਲ ਰਹੀਆਂ ਨੇ। ਹੁਣ ਮਸਲਾ ਇਹ ਹੈ ਕਿ ਇਸ ਗੱਲ ਦੇ ਵਿੱਚ ਸੱਚਾਈ ਕਿੰਨੀ ਹੈ। ਹੁਣ ਇੱਕ ਪਾਸੇ ਤਾਂ ਵਿਰਸਾ ਸਿੰਘ ਵਲਟੋਹਾ ਇਹ ਦਾਅਵਾ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਜੇ ਮਸਲਾ ਚੱਕਿਆ ਗਿਆ ਹੈ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਇੱਜ਼ਤ ਹੈ, ਜਿਹੜਾ ਰਸੂਖ ਹੈ, ਉਹਨੂੰ ਬਰਕਰਾਰ ਰੱਖਣ ਲਈ ਚੱਕਿਆ ਗਿਆ। ਉਹਨਾਂ ਨੇ ਕਿਹਾ ਕਿ ਜੇ ਇਹ ਮਾਮਲਾ ਉਹਨਾਂ ਨੇ ਚੱਕਿਆ ਤੇ SGPC ਪ੍ਰਧਾਨ ਅਕਾਲੀ ਦਲ ਦੇ ਇਤਿਹਾਸ ਨੂੰ ਬਰਕਰਾਰ ਰੱਖਣ ਲਈ ਕੀਤਾ ਔਰ ਉਹਨਾਂ ਦੇ ਉੱਤੇ ਸਵਾਲ ਨਾ ਖੜੇ ਹੋਣ, ਇਸ ਕਰਕੇ ਕੀਤਾ। ਪਰ ਸਵਾਲ ਇਹ ਹੈ ਕਿ ਸਿਰਫ ਇਹੀ ਕਾਰਨ ਨੇ ਜਾਂ ਇਹਦੇ ਪਿੱਛੇ ਕੋਈ ਹੋਰ ਵੱਡਾ ਕਾਰਨ, ਲੁਕਮਾ ਕਾਰਨ ਲੁਕਿਆ ਹੋਇਆ? ਇਹਦੇ ਬਾਰੇ ਚਿੰਤਕ ਜਦੋਂ ਗੱਲ ਕਰਦੇ ਆ, ਚਰਚਾਵਾਂ ਕਰਦੇ ਆ, ਤੇ ਇੱਥੋਂ ਤੱਕ ਮਸਲੇ ਸਾਹਮਣੇ ਆ ਰਹੇ ਆ ਕਿ ਦਰਅਸਲ ਇਹਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਦੀ ਮੁਆਫੀ ਲੱਭਣ ਦੀ ਕੋਸ਼ਿਸ਼
ਕੀਤੀ ਜਾ ਰਹੀ ਹੈ, ਇਸ ਵਿਵਾਦ ਦੇ ਵਿੱਚੋਂ ਮਾਫੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮਸਲੇ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ, ਇਹ ਚਰਚਾਵਾਂ ਨਿਕਲਦੇ ਸਾਹਮਣੇ ਆ ਰਹੀਆਂ, ਇੱਕ ਨੈਰੇਟਿਵ ਬਣਦਾ ਨਜ਼ਰ ਆਉਣ ਲੱਗਿਆ। ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿੱਥੇ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਨੇ, ਉਹਨਾਂ ਨੂੰ ਤਨਖਾਹ ਲੱਗਣ ਦੀ ਉਡੀਕ ਕੀਤੀ ਜਾ ਰਹੀ ਹੈ, ਉੱਥੇ ਹੀ ਜਥੇਦਾਰ ਸਾਹਿਬਾਨ ਔਰ ਪ੍ਰਧਾਨ ਜਿਹੜੇ ਸੰਸਥਾਵਾਂ ਦੇ ਨੇ ਉਹ ਇਹ ਸਮਝ ਚੁੱਕੇ ਨੇ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਥੋੜੀ ਸਜ਼ਾ ਦਿੱਤੀ ਗਈ ਤਾਂ ਸ਼ਾਇਦ ਲੋਕ ਮੁਆਫ ਨਹੀਂ ਕਰਨਗੇ। ਇਸ ਵਾਸਤੇ ਸੋਚਿਆ ਜਾ ਰਿਹਾ, ਸੂਤਰਾਂ ਮੁਤਾਬਕ ਇਹ ਗੱਲਾਂ ਸਾਹਮਣੇ ਆ ਰਹੀਆਂ ਕਿ ਸ਼ਾਇਦ ਇੱਕ ਤਾਂ ਡਿਲੇ ਹੋ ਰਿਹਾ ਤੇ ਦੂਜਾ ਇਹ ਵਿਵਾਦ ਜਿਹੜਾ ਉਹ ਇਸ ਹੱਦ ਤੱਕ ਵਾਪਰ ਗਿਆ ਔਰ ਇਸ ਹੱਦ ਤੱਕ ਵੱਧ ਗਿਆ ਕਿ ਜਥੇਦਾਰ ਸਾਹਿਬਾਨ ਔਰ ਵਿਰਸਾ ਸਿੰਘ ਵਲਟੋਹਾ ਦੇ ਵਿੱਚ ਹੀ ਵਿਵਾਦ ਸ਼ੁਰੂ ਹੋ ਗਿਆ। ਖੈਰ ਜੋ ਨੈਰੇਟਿਵ ਨਿਕਲ ਕੇ ਸਾਹਮਣੇ ਆ ਰਿਹਾ ਉਸ ਮੁਤਾਬਕ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਮੂਲ ਮੋਟਿਵ ਜਿਹੜੇ ਨੇ ਇਸ ਮਾਮਲੇ ਪਿੱਛੇ ਨਜ਼ਰ ਆ ਰਹੇ ਆ, ਉਸ ਨੈਰੇਟਿਵ ਦੇ ਵਿੱਚ ਇਹ ਕਿਹਾ ਜਾ ਰਿਹਾ। ਦਰਅਸਲ ਵਿਰਸਾ ਸਿੰਘ ਵਲਟੋਹਾ ਜੋ ਗੱਲ ਕਰਦੇ ਨੇ, ਜਿਸ ਆਧਾਰ ਦੇ ਉੱਤੇ ਗੱਲ ਕਰਦੇ ਨੇ ਸੁਖਬੀਰ ਸਿੰਘ ਬਾਦਲ ਦੀ ਤਨਖਾਹ ਲੱਗਣ ਬਾਰੇ ਜਿੰਨੀ ਕਾਹਲ ਕਰਦੇ ਨੇ, ਉਸ ਦੇ ਵਿੱਚ ਇਹ ਸਪਸ਼ਟ ਕੀਤਾ ਜਾ ਰਿਹਾ, ਇਹ ਵਾਚਿਆ ਜਾ ਰਿਹਾ ਜਾਂ ਕਹਿ ਦਈਏ ਕਿ ਚਿੰਤਕਾਂ ਵੱਲੋਂ ਸਾਹਮਣੇ ਰੱਖਿਆ ਜਾ ਰਿਹਾ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਉਡੀਕ ਹੈ ਉਹ ਨਹੀਂ ਹੋ ਰਹੀ, ਜਾਂ ਫਿਰ ਜਿਹੜਾ ਸਮਾਂ ਲਗਾਇਆ ਜਾ ਰਿਹਾ ਤਨਖਾਹ ਲਾਉਣ ਜਾਂ ਸਜ਼ਾ ਸੁਣਾਉਣ ਜਾਂ ਸੇਵਾ ਸੁਣਾਉਣ ਦੇ ਵਿੱਚ, ਉਹ ਸਜ਼ਾ ਸ਼ਾਇਦ ਪੂਰਾ ਨਹੀਂ ਕੀਤਾ ਜਾ ਰਿਹਾ। ਹੁਣ ਸਿਆਸੀ ਤੌਰ ਉੱਤੇ ਵੀ ਦੇਖੀਏ ਤਾਂ ਸਿਆਸੀ ਤੌਰ ਉੱਤੇ ਵੀ ਰੁਝੇਵੇਂ ਹੁੰਦੇ ਆ, ਆਉਂਦੇ ਸਮੇਂ ਨੂੰ ਇਲੈਕਸ਼ਨਸ ਨਜ਼ਦੀਕ ਨੇ, ਜ਼ਿਮਨੀ ਚੋਣਾਂ ਨਜ਼ਦੀਕ ਨੇ ਔਰ ਉਹਨਾਂ ਜ਼ਿਮਨੀ ਚੋਣਾਂ ਵਿੱਚ ਵੀ ਸੁਖਬੀਰ ਸਿੰਘ ਬਾਦਲ ਬਤੌਰ ਸਿਆਸਤਦਾਨ ਵਿਚਰਨਾ ਚਾਹੁੰਦੇ ਹੋ ਸਕਦੇ ਨੇ, ਜਿਵੇਂ ਦੇ ਸੂਤਰ ਦੱਸਦੇ ਨੇ, ਚਰਚਾਵਾਂ ਚੱਲ ਰਹੀਆਂ, ਮਾਹੌਲ ਵੀ ਉਵੇਂ ਦਾ ਬਣਦਾ ਪਿਆ। ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਨੇ ਔਰ ਜਦ ਤੱਕ ਤਨਖਾਹੀਆ ਕਰਾਰ ਨੇ ਤਾਂ ਕੁਝ ਸਰਟਨ ਰੂਲਸ ਐਂਡ ਰੈਗੂਲੇਸ਼ਨਸ ਉਹਨਾਂ ਦੇ ਉੱਤੇ ਇੰਪਲੀਮੈਂਟ ਹੁੰਦੇ ਨੇ, ਜਿਸ ਆਧਾਰ ਦੇ ਉੱਤੇ ਉਹਨਾਂ ਨੂੰ ਉਹਨਾਂ ਦੇ ਆਧਾਰ ਦੇ ਨਾਲ, ਉਹਨਾਂ ਦੇ ਹਿਸਾਬ ਦੇ ਨਾਲ ਰਹਿਣਾ ਵੀ ਪੈਂਦਾ। ਹੁਣ ਹੋ ਸਕਦਾ ਹੈ ਕਿ ਸ਼ਾਇਦ ਇਹੀ ਕਾਰਨ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਉਡੀਕ ਨਾ ਹੋ ਰਹੀ ਹੋਵੇ, ਜਾਂ ਫਿਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚੋਂ ਆਪ ਵੀ ਨਿਕਲਣਾ ਚਾਹੁੰਦੇ ਹੋਣ। ਹਾਲਾਂਕਿ ਇਸ ਬਾਰੇ ਕੋਈ ਪੁਖਤਾ ਪ੍ਰਮਾਣ ਨਹੀਂ ਹੈ, ਇਹ ਕਿਆਸ ਰਾਈਆਂ ਦਾ ਵਿਸ਼ਾ ਆ, ਕਿਆਸ ਰਾਈਆਂ ਜਿਹੜੀਆਂ ਚੱਲਦੀਆਂ ਪਈਆਂ, ਜਿਨ੍ਹਾਂ ਵਿੱਚ ਇਹ ਨੈਰੇਟਿਵ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ। ਔਰ ਇਸੇ ਨੈਰੇਟਿਵ ਦੇ ਵਿੱਚ ਕਿਹਾ ਗਿਆ ਕਿ ਹੋ ਸਕਦਾ ਹੈ ਕਿ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇਸੇ ਆਧਾਰ ਦੇ ਉੱਤੇ ਟਿੱਪਣੀਆਂ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਹੋਣ। ਦੂਜੀ ਗੱਲ ਇਹ ਵੀ ਕਿਤੇ ਨਾ ਕਿਤੇ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਵਿਰਸਾ ਸਿੰਘ ਵਲਟੋਹਾ ਦੇ ਨਾਲ ਅਕਾਲੀ ਆਈਟੀ ਸੈੱਲ ਜਿਹੜਾ ਆ ਉਹ ਭਰਪੂਰ ਖੜਾ ਹੈ, ਅਕਾਲੀ ਦਲ ਦਾ ਆਈਟੀ ਸੈੱਲ ਜਿਹੜਾ ਉਹ ਪੂਰਾ ਖੜਾ ਨਜ਼ਰ ਆ ਰਿਹਾ। ਵਿਰਸਾ ਸਿੰਘ ਵਲਟੋਹਾ ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਦੱਸੇ ਜਾਂਦੇ ਨੇ ਜਿਹੜੇ ਲੀਡਰ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਲੀਡਰਾਂ ਦੇ ਵਿੱਚ ਸੀਗੇ, ਜਾਂ ਕਹਿ ਦਈਏ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰ ਸੀ, ਜਿਹੜੇ ਸੁਖਬੀਰ ਸਿੰਘ ਬਾਦਲ ਦੇ ਆਸ-ਪਾਸ ਦੇ, ਜਾਂ ਕਹਿ ਦਈਏ ਉਹ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਲੌਬੀ ਸੀ ਉਹਦੇ ਵਿਚਲੇ ਜਿਹੜੇ ਖਾਸ ਲੀਡਰ ਸੀ, ਉਹਨਾਂ ਦੇ ਵਿੱਚੋਂ ਦੱਸੇ ਜਾਂਦੇ ਰਹੇ ਨੇ। ਔਰ ਉਸੇ ਵੇਲੇ ਜਦੋਂ ਵਿਰਸਾ ਸਿੰਘ ਵਲਟੋਹਾ ਇਹ ਸਵਾਲ ਚੁੱਕਦੇ ਨੇ, ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਾਉਣ ਦੀ ਗੱਲ ਕਰਦੇ ਨੇ, ਉਦੋਂ ਸਵਾਲ ਤਾਂ ਖੜਨੇ ਲਾਜ਼ਮੀ ਸੀ। ਖੈਰ ਜਦੋਂ ਆਈਟੀ ਸੈੱਲ ਦੀ ਗੱਲ ਆਉਂਦੀ ਹੈ, ਵਿਰਸਾ ਸਿੰਘ ਵਲਟੋਹਾ ਦੇ ਨਾਲ ਖੜਨ ਦੀ ਗੱਲ ਆਉਂਦੀ ਹੈ, ਤਾਂ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਵਿਰਸਾ ਸਿੰਘ ਵਲਟੋਹਾ ਦੇ ਹੱਕ ਦੇ ਵਿੱਚ ਪੋਸਟਸ ਜਿਹੜੀਆਂ ਨੇ ਉਹ ਵੱਖ-ਵੱਖ ਤਰੀਕੇ ਦੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਔਰ ਇਸ ਦਾ ਇਲਜ਼ਾਮ ਅਕਾਲੀ ਦਲ ਦੇ ਆਈਟੀ ਸੈੱਲ ਦੇ ਉੱਤੇ ਚਿੰਤਕ ਜਿਹੜਾ ਉਹ ਮੜਦੇ ਨਜ਼ਰ ਆ ਰਹੇ ਆ। ਇਸ ਦੇ ਨਾਲ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਉੱਤੇ ਵੀ ਸਵਾਲ ਨੇ। ਹੁਣ ਜਦੋਂ ਗੱਲਾਂ ਹੁੰਦੀਆਂ, ਜਦੋਂ ਨੈਰੇਟਿਵ ਉੱਭਰ ਕੇ ਸਾਹਮਣੇ ਆਉਂਦਾ, ਉਸ ਦੇ ਵਿੱਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜਾ ਹੋਇਆ। ਦਰਅਸਲ ਵਿਰਸਾ ਸਿੰਘ ਵਲਟੋਹਾ ਨੂੰ ਲੈ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਦੋਂ ਹੁਕਮ ਜਾਰੀ ਕੀਤਾ ਤਾਂ ਉਦੋਂ ਇਹ ਕਿਹਾ ਗਿਆ ਕਿ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਪਰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਚੋਂ ਬਾਹਰ ਨਹੀਂ ਕੱਢਿਆ ਗਿਆ, ਸਗੋਂ ਵਿਰਸਾ ਸਿੰਘ ਵਲਟੋਹਾ ਨੇ ਆਪਣਾ ਅਸਤੀਫਾ ਦੇ ਦਿੱਤਾ ਔਰ ਉਹ ਅਸਤੀਫਾ ਜਿਹੜਾ ਉਹ ਮਨਜ਼ੂਰ ਕਰ ਲਿਆ ਗਿਆ। ਮੁੱਢਲੀ ਮੈਂਬਰਸ਼ਿਪ ਤੋਂ ਸਾਰਾ ਅਸਤੀਫਾ ਵਿਰਸਾ ਸਿੰਘ ਵਲਟੋਹਾ ਦੇ ਕੇ ਤੇ ਲਾਂਭੇ ਹੋ ਗਏ। ਪਰ ਸਵਾਲ ਇਹ ਹੈ ਕਿ ਜਦੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਹ ਹੁਕਮ ਕਰ ਦਿੱਤਾ ਕਿ ਬਾਹਰ ਕੱਢਿਆ ਜਾਵੇ 10 ਸਾਲ ਵਾਸਤੇ, ਤਾਂ ਉਸ ਤੋਂ ਬਾਅਦ ਅਸਤੀਫਾ ਕਿਉਂ ਐਕਸੈਪਟ ਕੀਤਾ ਗਿਆ? ਇਹ ਤਾਂ ਐ ਹੋ ਗਿਆ ਕਿ ਜਥੇਦਾਰ ਦੇ ਹੁਕਮ ਦੀ ਅਦੂਲੀ ਹੋ ਗਈ। ਭਾਵੇਂ ਉਹ ਕਾਰਜਕਾਰੀ ਪ੍ਰਧਾਨ ਹੋਣ ਅਕਾਲੀ ਦਲ ਦੇ, ਉਹਨਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁਕਮ ਦੀ ਕੀ ਅਦੂਲੀ ਕਰ ਦਿੱਤੀ, ਫਿਰ ਹੁਕਮ ਦੇ ਖਿਲਾਫ ਗੱਲ ਕਰ ਦਿੱਤੀ। ਜਿੱਥੇ ਕੱਢਣ ਦੀ ਗੱਲ ਹੋਈ ਸੀ, ਕੱਢਣਾ ਔਰ ਅਸਤੀਫਾ ਸਵੀਕਾਰ ਕਰਨਾ ਇਹ ਦੋ ਵੱਖਰੀਆਂ ਚੀਜ਼ਾਂ ਨੇ। ਇੱਕ ਹੁੰਦਾ ਹੈ ਕਿ ਕੋਈ ਵਿਅਕਤੀ ਆਪਣੀ ਇੱਛਾ ਦੇ ਆਧਾਰ ਦੇ ਉੱਤੇ ਅਸਤੀਫਾ ਦੇ ਰਿਹਾ, ਪਾਰਟੀ ਛੱਡ ਰਿਹਾ ਜਾਂ ਕੋਈ ਅਦਾਰਾ ਛੱਡ ਰਿਹਾ। ਦੂਜਾ ਹੁੰਦਾ ਹੈ ਉਸ ਵਿਅਕਤੀ ਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹੁਕਮ ਜਾਰੀ ਕੀਤਾ ਕਿ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲਾਂ ਵਾਸਤੇ ਪਾਰਟੀ ਤੋਂ ਲਾਂਭੇ ਕਰ ਦਿੱਤਾ ਜਾਵੇ, ਯਾਨੀ ਕੱਢ ਦਿੱਤਾ ਜਾਵੇ। ਪਰ ਦੂਜੇ ਪਾਸੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਅਸਤੀਫਾ ਐਕਸੈਪਟ ਕਰ ਲਿਆ, ਜਿੱਥੋਂ ਆ ਕੇ ਸਵਾਲ ਖੜਦੇ ਪਏ ਆ ਕਿ ਕੀ ਵਿਰਸਾ ਸਿੰਘ ਵਲਟੋਹਾ ਜਾਂ ਬਾਕੀ ਦੀ ਜਿਹੜੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਦਿੱਤੇ ਹੁਕਮ ਨੂੰ ਕੁਝ ਨਹੀਂ ਜਾਣਦੀ। ਖੈਰ, ਇਸ ਮਸਲੇ ਨੂੰ ਆਧਾਰ ਬਣਾ ਕੇ ਇੱਕ ਨੈਰੇਟਿਵ ਤਾਂ ਜ਼ਰੂਰ ਉੱਭਰ ਕੇ ਸਾਹਮਣੇ ਆ ਰਿਹਾ। ਇਸ ਨੈਰੇਟਿਵ ਦੀ ਸੱਚਾਈ ਕਿੰਨੀ ਹੈ ਉਹ ਵੇਖਣਾ ਹੋਵੇਗਾ। ਜੋ ਵੀ ਹੋਏਗਾ ਦੱਸਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ।